ਜਿਹਦੀ ਧੁਨੀ ਛੋਟੀ ਹੋਏ दी कोली छोटी होए दी 100 चों एक मझ भैड़ी होए दी नहीं तो एक नंबर मझ होए दी। बिस्मिल्लाहिर्रहमानिर्रहीम। अस्सलाम वालेकुम नाज़रीन, मुअज़्ज़ज़ नाज़रीन, आप देख रहे हैं यूट्यूब चैनल फार्मिंग टिप्स और मैं हूं आपका मेज़बान फराज अब्बास। इस वक्त मोहम्मद बूटा साहब के छोटे भैंसों के फार्म पर मौजूद हूं। इनका फार्म तो छोटा है लेकिन ये जानवरों के हवाले से ऐसी गुफ्तगू करेंगे कि आपका दिल खुश हो जाएगा। जो भाई जानवरों का कारोबार शुरू करना चाहते हैं वो ये वीडियो लाजमी देखें, इंशाअल्लाह अज़्वजल बहुत फ़ायदा होगा। बूटा साहब जानवरों के कारोबार के हवाले से जितनी भी बुनियादी और अहम मालूमात हैं उनसे पर्दा उठाएंगे, उनके बारे में आगाही देंगे। तो वीडियो को मुकम्मल लाजमी देखें, इंशाअल्लाह अज़्वजल फ़ायदा ज़रूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। अंकल जी की हाल है? ठीक ठाक बात है। सब तो पहले अपना नाम दस दियो। मोहम्मद बूटा जी। बूटा साहब किहड़ा इलाका है? ये सियालकोट। ठीक है। ਇਹ ਤੁਸੀਂ ਮੱਝਾਂ ਦਾ ਕੰਮ ਕਿੰਨੇ ਸਾਲ ਤੋਂ ਕਰਦੇ ਹੋ ਪਏ? 10 15 20 ਸਾਲ। ਮਾਸ਼ਾਅੱਲਾ। ਲੋਕ ਗਾਵਾਂ ਵੀ ਰੱਖਦੇ ਨੇ, ਤੁਸੀਂ ਮੱਝਾਂ ਰੱਖੀਆਂ ਨੇ ਜੀ। ਜ਼ਿਆਦਾ ਫਾਇਦਾ ਮੱਝਾਂ ਦਿੰਦੀਆਂ ਨੇ ਕਿ ਗਾਵਾਂ ਦਿੰਦੀਆਂ ਨੇ? ਗਾਂ ਚੰਗੀ ਵਲੈਤਣ ਜਿਹੜੀ ਹੋਵੇ ਨਾ, ਅਸਲ ਗਾਂ ਉਹ ਵੀ ਫਾਇਦਾ ਦਿੰਦੀ, ਜਿਹੜੀ 25 30 ਕਿਲੋ ਗਾਂ ਦੁੱਧ ਦੇਣ ਵਾਲੀ ਹੈ। ਦੂਜੀਆਂ ਨਾਰਮਲ ਗਾਵਾਂ ਜਿਹੜੀਆਂ ਨੇ ਉਹ ਨਹੀਂ ਫਾਇਦਾ ਦਿੰਦੀਆਂ ਕਿਉਂ ਉਹ 5-7 ਸਿਰ ਦਿੰਦੀਆਂ, ਉਹ ਖਰਚਾ ਵੀ ਨਹੀਂ ਪੂਰਾ ਕਰਦੀਆਂ। ਠੀਕ ਹੈ। ਵਲੈਤਨ ਗਾਂ ਚੰਗੀ ਹੈ। ਵਲੈਤਣ ਗਾਂ ਜਿਹੜੀ ਹੈ ਉਹ ਅਸਲ ਗਾਂ ਹੈ। ਹਾਂਜੀ, ਸਾਡੇ ਬਹੁਤੀ ਉਹ ਚੱਲਦੀ ਹੈ। ਦੂਜੀਆਂ ਬੂਰੇ ਦੀਆਂ ਮੱਝਾਂ, ਲੁੱਡਣ ਦੀਆਂ ਮੱਝਾਂ, ਲੀਲੀ ਦੀਆਂ ਮੱਝਾਂ ਇਹ ਚੰਗੀਆਂ ਮੱਝਾਂ। ਠੀਕ। ਲੁੱਡਣ ਦੀ ਹੋਵੇ, ਦੂਜੇ ਦੀ ਹੋਵੇ 18-20 ਕਿਲੋ ਤੇ ਜਾਂਦੀ ਹੈ। ਕੋਲੀ ਛੋਟੀ ਹੋਵੇ, ਧੁੰਨੀ ਛੋਟੀ ਹੋਵੇ, ਬੂਥੀ ਬਰੀਕ ਹੋਵੇ, ਧੌਣ ਲੰਮੀ ਹੋਵੇ, ਪਿੱਛੇ ਦੀ ਮੱਝ ਭਾਰੀ ਹੋਵੇ, ਅੱਗੇ ਪਿੱਛੇ ਵਾਹਣ ਕੱਢੇ ਹੋਏ, ਉਹ ਮੱਝ ਸੇ ਇੱਥੇ ਸਹੀ। ਮਾਸ਼ਾਅੱਲਾ ਜ਼ਬਰਦਸਤ ਹੈ। ਇਹ ਜਿਹੜੀ ਤੁਸੀਂ ਖੂਬੀਆਂ ਦੱਸੀਆਂ ਨੇ ਇਹ ਮੱਝ ਦੁੱਧ ਜ਼ਿਆਦਾ ਦਿੰਦੀ ਹੈ। ਹਾਂਜੀ, ਜਿਹਦੀ ਧੁੰਨੀ ਛੋਟੀ ਹੋਏ ਦੀ, ਕੋਲੀ ਛੋਟੀ ਹੋਏ ਦੀ 100 ਚੋਂ ਇੱਕ ਮੱਝ ਭੈੜੀ ਹੋਏ ਦੀ ਨਹੀਂ ਤੇ ਇੱਕ ਨੰਬਰ ਮੱਝ ਹੋਏ ਦੀ। ਜਿਹਦੀ ਧੁੰਨੀ ਵੱਡੀ ਹੋਏ ਦੀ ਇਹ 100 ਚੋਂ ਇੱਕ ਚੰਗੀ ਹੋਏ ਦੀ ਨਹੀਂ ਤੇ ਉਹ ਦੁੱਧ ਇਹਨਾਂ ਨਹੀਂ ਦੇ ਸਕਦੇ। ਜ਼ਬਰਦਸਤ ਜੀ, ਜ਼ਬਰਦਸਤ ਹੈ। ਮਾਸ਼ਾਅੱਲਾ। ਇਸ ਟਾਈਮ ਕਿਹੜੀ ਨਸਲ ਦੇ ਜਾਨਵਰ ਰੱਖੇ ਜੇ? ਇਹ ਨੰਗਾ ਆਸਾ ਰੱਖੀਆਂ ਜੇ, ਉੱਥੋਂ ਲੀਲੀ ਦੀਆਂ ਵੀ ਨੇ, ਬੂਰੇ ਦੀਆਂ ਵੀ ਨੇ, ਲੁੱਡਣ ਦੀਆਂ ਵੀ ਨੇ, ਦਰਿਆ ਦੇ ਕੰਢੇ ਦੀਆਂ ਵੀ ਨੇ। ਠੀਕ ਹੈ। ਹਾਂਜੀ। ਤੁਸੀਂ ਕਿਹਾ ਬੂਰਾ, ਨੀਲੀ, ਲੁੱਡਣ, ਹਾਂਜੀ, 3-4 ਨਸਲਾਂ ਨੇ। ਹਾਂਜੀ। ਇਹ 3-4 ਨਸਲਾਂ ਚੋਂ ਸਭ ਤੋਂ ਚੰਗੀ ਨਸਲ ਦੀ ਕਿਹੜੀ ਮੱਝ ਹੈ? ਅਸਲੀ ਤੇ ਨਸਲ ਜਿਹੜੀ ਹੈ ਲੀਲੀ ਦੀ ਹੈ। ਅੱਛਾ। ਲੀਲੀ ਤੋਂ ਦੂਜੇ ਨੰਬਰ ਲੁੱਡਣ ਹੈ। ਅੱਜ ਦੇ ਸਮਝ ਤੇ ਬੂੜਾ ਬਿਹਾਰੀ ਵੀ ਚੰਗੀ ਰਹਿੰਦੀ ਹੈ, ਬੂਰੇ ਦੀ ਵੀ ਮੱਝ। ਨੀਲੀ ਦੀ ਮੱਝ ਅਸਲ ਮੱਝ ਲੀਲੀ ਦੀ। ਅੱਜ ਕੱਲ ਮੱਝਾਂ ਕ੍ਰਾਸ ਹੋ ਗਈਆਂ ਨਾ, ਆਪਸ ਚ ਕਹਿੰਦੇ ਨੇ ਮਿਕਸ ਹੋ ਗਈਆਂ ਨੇ, ਇਧਰੋਂ ਫੰਡਰ ਲਾਈ ਜਾਂਦੇ ਨੇ, ਉਧਰ ਜਾ ਕੇ ਵਨ ਲਵਾ ਕੇ ਫੇਰ ਲੈ ਆਉਂਦੇ ਨੇ। ਕ੍ਰਾਸ ਹੋ ਗਿਆ ਨਹੀਂ ਤੇ ਲੀਲੀ ਦੀ ਮੱਝ ਉਹ ਹਾਈਮਾਈ ਬਾਹਰ ਬੀ ਨਹੀਂ ਦਿੰਦੇ ਕਿਸੇ ਨੂੰ। ਨੀਲੀ ਦੀ ਮੱਝ ਅਸਲੀ ਹਾਲ ਹੀ ਨਹੀਂ ਉਹ ਕਿਸੇ ਨਹੀਂ ਦਿੰਦੇ। ਹਾਂਜੀ। ਉਹ ਕੀ ਵਜ੍ਹਾ? ਆ ਕੇ ਤੇ ਲਗੇ ਨੇ ਉਧਰ ਕੋਈ ਕਰਨ ਤੇ ਹੁਣ ਦੇ ਛੱਡਦੇ ਨੇ, ਨਹੀਂ ਤੇ ਅੱਗੇ ਲੀਲੀ ਦੀ ਉਹ ਜਿਨਸ ਬਾਹਰ ਹੀ ਨਹੀਂ ਹਨ ਸਰਕਾਰ ਕੱਢਦੇ, ਉਹ ਕੱਟਿਆ ਨਹੀਂ ਹਨ ਕਿਸੇ ਨੂੰ ਦਿੰਦੇ। ਮੱਝ ਤੇ ਕਿਤੇ ਦੂਰ ਦੀ ਗੱਲ ਰਹਿ ਗਈ। ਠੀਕ ਹੈ। ਹਾਂਜੀ, ਉਹ ਨਸਲ ਲੀਲੀ ਦੇ ਵਿੱਚ ਹੀ ਰੱਖਦੇ ਆ। ਠੀਕ ਹੈ। ਹੁਣ ਆ ਕੇ ਲਗੇ ਨੇ ਲੀਲੀ ਦੀ ਮੱਝ ਜਿਹੜੀ ਬਾਹਰ ਰੱਖਾ। ਠੀਕ ਹੈ। ਮਾਸ਼ਾਅੱਲਾ। ਜਿਹੜੀ ਸਾਹਮਣੀ ਮੱਝ ਹੈ ਕਿਹੜੀ ਨਸਲ ਦੀ ਹੈ? ਇਹ ਲੁੱਡਣ ਦੀ ਜਿਹੜੀ ਸਰਕਾਰ। ਕਿੰਨਵੇਂ ਸੂਏ ਵੇ ਆ? ਇਹ ਦੂਸਰੇ ਸੀਗੇ। ਤੇ ਕਿੰਨਾ ਦੁੱਧ ਦੇ ਰਹੀ ਹੈ? ਇਹ ਦੁੱਧ ਆ 18 ਕਿਲੋ ਜੀ ਇਹਦੇ ਥੱਲੇ। ਮਾਸ਼ਾਅੱਲਾ। 18 ਕਿਲੋ ਦੁੱਧ ਹੈ ਜੀ। ਤੇ ਨਾ ਡੇਢ ਹੋ ਗਿਆ ਸੂਈ ਨੂੰ, 18 ਕਿਲੋ ਦੁੱਧ ਦੇ ਥੱਲੇ। ਠੀਕ ਹੈ। ਲੁੱਡਣ ਦੀ ਮੱਝ ਦੀ ਕੀ ਪਛਾਣ ਹੈ? ਲੁੱਡਣ ਦੀ ਮੱਝ ਵਾਲੇ ਕਹਿੰਦੇ ਕੋਲੀ ਕੋਨੇ ਦੀ, ਧੁੰਨੀ ਕੋਨੇ। ਕੋਲੀ ਆ ਜਿਹੜੀ ਥੱਲੇ ਆ ਸਾਹਮਣੇ ਉਹਨੂੰ ਕਹਿੰਦੇ ਹੋ? ਇਹ ਕੋਲੀ ਜਿਹੜੀ, ਇਹ ਜਿਹੜੀ ਸਾਹਮਣੇ ਨਜ਼ਰ। ਠੀਕ ਹੈ। ਕੋਲੀ ਕੋਨੇ, ਧੁੰਨੀ ਕੋਨੇ। ਠੀਕ ਹੈ। ਇਸ ਤੋਂ ਇਲਾਵਾ ਬੂਥੀ ਛੋਟੀ ਹੈ। ਬੂਥੀ ਛੋਟੀ ਹੈ। ਠੀਕ ਰੰਗੀ ਮੱਝ ਹੈ, यानी फुल काली है। फुल काली है। ठीक है। हाँ, मत्था भी काला, जिस्म भी पूरा काला है। पूरा काला। और एक रंगी मझ 100 चों एक भैड़ी निकले। ठीक है। और यदि कोई निशानी है वे? नहीं, यही ठीक है। मतलब यही निशानी है दी। ठीक है। माशाअल्लाह काफी तजर्बा है ਤੁਹਾਡਾ। ये अभी बूरे आई है, उन भुखा दी मारी है, ये बूरे चो आई है मझ। ठीक है। माशाअल्लाह काफी तजर्बा है। मझ मंडी चो चंगी लभदी है, पिंडां चो फिर के या डेरे तो? ਅਸਲੀ ਤੇ ਲੱਭਦੀ ਹੈ ਪਿੰਡਾਂ 'ਚ ਫਿਰ ਕੇ। ਮੰਡੀ ਦਾ ਜਿਹੜਾ ਲੋਕਾਂ ਡਾਕੇ ਲਾਏ ਹੁੰਦੇ ਨੇ ਮੇਰਾ ਵੀਰ, ਉਹ ਦੂੰਦੂ ਦਿਨਾਂ ਦੇ ਡਾਕੇ ਲਾਏ। ਉਹ ਕਈ ਸੌਦੇ ਚੰਗੇ ਵੀ ਲੱਭ ਜਾਂਦੇ ਨੇ, ਕਈ ਭੈੜੇ ਵੀ, ਕਈ ਮਜਬੂਰੀ ਨਾਲ ਦਿੰਦੇ ਨੇ। ਹਾਂਜੀ, ਜਾ ਕੇ ਕਈ ਜਿਹੜੇ ਨੇ ਸ਼ੌਂਕ ਨਾਲ ਵਪਾਰ ਕਰਦੇ ਨੇ, ਦੋ ਦਿਨ ਉਹਨਾਂ ਡਾਕਾ ਲਾਇਆ ਹੁੰਦਾ, ਉੱਥੇ ਬੜੇ ਬਹਾਨੇ ਫਸੇ ਹੁੰਦੇ ਨੇ, ਘਰ ਆ ਕੇ ਚੋਵੋ ਕਈਆਂ ਦੇ ਥਣ ਮਾਰੇ ਨਿਕਲੇ ਗਏ। ਠੀਕ ਹੈ। ਹਾਂਜੀ। ਤੇ ਫਿਰ ਟੁਰ ਕੇ ਲਈਏ ਮੱਝ ਆਪਣੀ ਮਰਜ਼ੀ ਨਾਲ 2 ਟਾਈਮ 3 ਟਾਈਮ ਚੋ ਕੇ ਲਈਏ। ਹਾਂਜੀ, ਉਹ ਮੱਝ ਚੰਗੀ ਰਹਿੰਦੀ। ਜ਼ਬਰਦਸਤ ਜੀ, ਜ਼ਬਰਦਸਤ। ਮੰਡੀ ਦੇ ਵਿੱਚ ਇਹ ਹੀ ਜੇਕਰ ਰਾਤ ਦੀ ਵੀ ਡੱਕੀ ਹੈ, ਕੋਈ ਦਿਹਾੜੀ ਹੋ ਗਈ, ਆ ਟਾਈਮ ਹੋ ਗਿਆ, 3 ਟਾਈਮ ਲੱਗ ਗਏ ਨੇ। ਮੱਝ ਨੇ ਉੱਥੇ ਬੂਥਾ ਚਾੜੀਆਂ ਨੇ, ਇੱਥੇ ਆ ਕੇ 2 ਘੰਟੇ ਵੀ 2 ਥਰ ਵੀ ਨਹੀਂ ਉਹ ਦੁੱਧ ਦਿੰਦੀ। ਹਾਂਜੀ, ਕਈਆਂ ਨੂੰ ਸਾੜੂ ਪੈ ਗਿਆ ਹੁੰਦਾ, ਕਈਆਂ ਦੇ ਥਣ ਮਰ ਗਏ ਹੁੰਦੇ। ਸਹੀ ਹੈ ਜੀ। ਜਿਹੜੀ ਆਪਣੀ ਮਰਜ਼ੀ ਨਾਲ ਪਿੰਡੋਂ ਮੱਝ ਲੈਣੀ ਹੈ ਫਿਰ ਟਰਕ ਲਵੋ ਮੱਝ 1 ਨੰਬਰ। ਕਿਉਂ? ਸ਼ਾਮੀ ਚੋਵੋ, ਸੁਬਾਹ ਚੋਵੋ, ਅਗਲੀ ਸ਼ਾਮ ਚੋਵੋ। ਕਿੰਨਵੇਂ ਸੂਏ ਵਾਲੀ ਮੱਝ ਬਿਹਤਰ ਰਹਿੰਦੀ ਜੇ? ਮੱਝ ਅਸਲੀ ਦੂਜੇ ਤੀਜੇ ਸੂਏ ਸੇ। ਇੱਕ ਮੱਝ ਕਿੰਨੇ ਸੂਏ ਸੇ ਦਾ ਦੁੱਧ ਸਹੀ ਦਿੰਦੀ ਹੈ?
ਜਿਹੜੀਆਂ ਨਸਲੀ ਨੇ ਨਾ ਉਹ ਤਾਂ ਬੁੱਢੇ ਹੁੰਦੇ ਇੱਥੇ ਤਾਂ ਭਾਈ 5ਵੇਂ 7ਵੇਂ ਸੂਏ ਵੀ ਪਈਆਂ ਦਿੰਦੀਆਂ ਨੇ ਤੇ ਬੇਨਸਲੀਆਂ ਜਿਹੜੀਆਂ ਨੇ ਕਈ ਨਹੀਂ ਨਾਲੇ ਥੂਆ ਫੱਬ ਜਾਂਦੀ ਸਰਕਾਰ ਗੱਲ ਹੁੰਦੀ ਹੈ ਜਿਹਦਾ ਥੂਆ ਫੱਬ ਜੇ ਮੱਝ ਅੱਟਾਂ ਛਟਾਂ ਸਹੀ ਸੁੱਟੇ ਹਾਂਜੀ ਥੂਆ ਫੱਬ ਜੇ ਉਹ ਦੁੱਧ ਫਿਰ ਚੰਗਾ ਦਿੰਦੀ ਹੈ ਥੂਆ ਨਾ ਫੱਬੇ ਅੱਟਾਂ ਨਹੀਂ ਸੁੱਟੀਆਂ 100 ਨੁਕਸ ਹੋ ਜਾਂਦਾ ਮੱਝ ਨੂੰ ਉਹ ਮੱਝ ਨਹੀਂ ਫਿਰ ਫੱਬਦੀ ਜ਼ਬਰਦਸਤ ਜੀ ਜ਼ਬਰਦਸਤ। ਦੂਜੇ ਨੰਬਰ ਹੈ ਵੰਡ ਛੰਡ ਮੱਝਾਂ ਖੁੱਲਾ ਖਾਣ ਜਿੰਨਾ ਦੁੱਧ ਆਖੀ ਉਹਨਾਂ ਦੁੱਧ ਦਿੰਦੀਆਂ ਨੇ ਅੱਛਾ ਜੇ ਸਾਂਭ ਕੋ ਨਹੀਂ ਤੇ ਸਾਂਭ ਤੇ ਫਿਰ ਉਹ ਪਤਾ ਜਿੰਨਾ ਜੋ ਪਾਣਾ ਉਹ ਹੀ ਲੈਣਾ ਹੈ ਬੜਾ ਅੱਛਾ ਮੱਝਾਂ ਦੇ ਅੰਦਰ ਕੋਈ ਦੁੱਧ ਜਮਾ ਨਹੀਂ ਹੋਏਗਾ ਠੀਕ ਹੈ ਜੀ ਜੀ ਇਹ ਬਾਤ ਹੈ ਬਈ ਅਸੀਂ ਹੁਣ ਵੰਡੇ ਨੇ ਸਾਰੇ ਵੰਡੇ ਰਲਾਨੇ ਆ ਮਿੱਠੀ ਖਾਲ ਰਲਾਨੇ ਆ ਕੌੜੀ ਰਲਾਨੇ ਆ ਦਲੀਆ ਕਰਾ ਮਕਈ ਹਾਂਜੀ ਚੌਕਰ ਸਾਰੇ ਵੰਡੇ ਜਿੰਨੇ ਵੀ ਆਨੇ ਆ ਸਰ ਲਾ ਕੇ ਪਾਣੇ ਹੁੰਦੇ ਠੀਕ ਹੈ ਰੋਜ਼ਾਨਾ ਦੇ ਇੱਕ ਜਾਨਵਰ ਨੂੰ ਕਿੰਨਾ ਵੰਡਾ ਖਿਲਾਉਂਦੇ ਹੋ ਜਿੰਨਾ ਖਾ ਲੈ ਅਸੀਂ ਖੁੱਲਾ ਹੀ ਪਾਉਂਦੇ ਹੋ ਖੁੱਲਾ ਹੀ ਪਾਉਂਦੇ ਆ ਜੋੜੀ ਨੂੰ ਖੋਲਾ ਪਾਉਂਦੇ ਆ 10-10 ਕਿਲੋ ਖਾਣ 8-8 ਜੋੜੀ ਅੱਗੇ ਛੁੱਟੀ ਜਾਣਾ ਉਹ 4-4 5-5 ਕਿਲੋ ਇੱਕ ਕਮਾਈ ਨੂੰ ਆ ਜਾਂਦਾ ਮਾਸ਼ਾਅੱਲਾ ਉਹ ਸੇਲੇ ਵੀ ਦੋ ਸੇਲੇ ਵੀ ਇਹ ਸਵੇਰ ਵੀ ਤੇ ਸ਼ਾਮੀ ਵੀ ਤੇ ਸਬਜ਼ ਚਾਰਾ ਪਾਉਂਦੇ ਹੋ ਕਿ ਵਿੱਚ ਤੂੜੀ ਮਿਕਸ ਕਰਦੇ ਹੋ ਤੂੜੀ ਮਿਕਸ ਕਰਕੇ ਚਾੜਾ ਪਾ ਲਓ ਘਾਹ ਪਾ ਲਓ ਚਰੀ ਪਾ ਲਓ ਬਾਜਰਾ ਪਾ ਲਓ ਅੱਛਾ ਪੱਠੇ ਜਿਹੜੇ ਮੱਝਾਂ ਖਾਣ ਠੀਕ ਹੈ ਤੁਸੀਂ ਕੀ ਰੂਟੀਨ ਰੱਖੀ ਹੈ ਇਹਨਾਂ ਨੂੰ ਸਬਜ਼ ਚਾਰਾ ਪਾਉਂਦੇ ਹੋ ਕਿ ਤੂੜੀ ਪਾਉਂਦੇ ਹੋ ਅਸੀਂ ਬਈ ਤੂੜੀ ਪਾਉਂਦੇ ਜੇ ਜਵਾਰ ਬਾਜਰਾ ਵਿੱਚ ਪਾਉਂਦੇ ਜੇ ਦੋਏ ਟਾਈਮ ਨਾਲ ਵੰਡਾ ਜਿੰਨਾ ਮਰਜ਼ੀ ਖਾਣ ਵੰਡੇ ਤੇ ਕੋਈ ਟੈਨਸ਼ਨ ਨਹੀਂ ਠੀਕ ਹੈ ਸ਼ੌਂਕ ਨਾਲ ਕੰਮ ਕੀਤਾ ਹੈ ਜ਼ਬਰਦਸਤ ਤੇ ਮਾਸ਼ਾਅੱਲਾ ਸ਼ੌਂਕ ਨਾਲ ਇਸ ਟਾਈਮ ਕਿੰਨੇ ਜਾਨਵਰ ਨੇ ਜਾਨਵਰ ਸਾਡੇ ਕੋਲ 20-25 ਹਜੇ ਤਾਂ ਹੁਣ ਕੋਈ ਥੋੜੇ ਨੇ ਮੇਰਾ ਹਾਲ ਕੋਈ 20 ਰਹਿ ਗਏ ਨੇ 5-7 ਮੱਝਾਂ ਕੱਲ ਪਰਸੋਂ ਵੇਚ ਛੜੀਆਂ 5-7 ਵੇਚੀਆਂ ਨੇ ਜੀ ਤੇ ਹੁਣ ਕੋਈ 20 ਜਾਨਵਰ ਆ ਕੰਮ ਘਟਾਣਾ ਕਿ ਵੈਸੇ ਵੇਚੀਆਂ ਨੇ ਨਹੀਂ ਵੈਸੇ ਹੀ ਉਂਝ ਵੇਚੀਆਂ ਨੇ ਹਣ ਸਾਂਭੀਆਂ ਜਾਂਦੀਆਂ ਠੀਕ ਹੈ ਇਸ ਟਾਈਮ ਵੱਡੇ ਜਾਨਵਰ ਕਿੰਨੇ ਨੇ ਵੱਡੇ ਡੰਗਰ ਕੋਈ 20-25 ਜਿਹਾ ਸਰ 20-25 ਨੇ ਜੀ ਮਾਸ਼ਾਅੱਲਾ 20-25 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਜੀ ਇਹ 2 ਕਿੱਲੇ 4 ਕਿੱਲੇ 5 ਕਿੱਲੇ ਜਿੰਨੇ ਹੋ ਜਾਣ ਖਾ ਸਕਦੀਆਂ ਨੇ ਉਹਨੇ ਵਿੱਚ ਰਲਾਰ ਲੋ ਕੇ ਪਏ ਭਾਈ ਦੇਣ ਠੀਕ ਹੈ ਮਾਸ਼ਾਅੱਲਾ ਤੁਸੀਂ ਜਾਨਵਰਾਂ ਦੀ ਚੰਗੀ ਸੇਵਾ ਕਰਦੇ ਹੋ ਵੰਡਾ ਵੀ ਖੁੱਲਾ ਪਾਉਂਦੇ ਹੋ ਪੇ ਜਾਨਵਰ ਵੀ ਤੁਹਾਡੇ ਦੱਸਦੇ ਨੇ ਕਿ ਇਹਨਾਂ ਦੀ ਸੇਵਾ ਹੋਈ ਹੈ ਜੀ ਜੀ ਮਾਸ਼ਾਅੱਲਾ ਜਿਹੜੀ ਸਾਹਮਣੇ ਮੱਝ ਤੁਸੀਂ ਦੱਸਿਆ ਕਿ 18 ਕਿਲੋ ਦੁੱਧ ਦਿੰਦੀ ਹੈ ਜੀ ਜੀ ਤੁਹਾਡੇ ਕੋਲ ਕੋਈ ਵੀ ਨਹੀਂ ਇਦੋਂ ਘੱਟ 15-18 ਤੋਂ ਸਾਡੇ ਕੋਲ ਕੋਈ ਨਹੀਂ ਘੱਟ ਠੀਕ ਹੈ ਇੱਕ ਜਾਨਵਰ ਤੇ ਅੰਨੀ ਸੇਵਾ ਕਰਨ ਦੇ ਬਾਅਦ ਕਿੰਨਾ ਖਰਚਾ ਆ ਜਾਂਦਾ ਖਰਚਾ ਆਹ ਕਦੇ ਹਿਸਾਬ ਹੀ ਨਹੀਂ ਲਾਇਆ ਸ਼ੌਂਕ ਦੇ ਨਾਲ ਕੰਮ ਕੀਤਾ ਆਵੇ ਖਰਚੇ ਦਾ ਨਹੀਂ ਆਹ ਕਦੇ ਹਿਸਾਬ ਕੀਤਾ ਬਈ ਕੀ ਬਚਦਾ ਜਾਂ ਕੀ ਨਹੀਂ ਬਚਦਾ ਅੱਛਾ 1.5 ਲੱਖ ਦਾ ਵੀ 2 ਦਾ ਵੀ ਦੁੱਧ ਪਿਆ ਜਾਂਦਾ ਮਹੀਨੇ ਦਾ ਤੇ ਇਹਨਾਂ ਦੇ 2.5 ਲੱਖ ਦਾ ਦੁੱਧ ਜਿਹੜਾ ਜਾਂਦਾ ਸਾਡਾ ਮਹੀਨੇ ਦਾ ਤੇ ਖਰਚਾ ਕਿੰਨਾ ਹੀ ਜਾਂਦਾ ਖਰਚਾ ਤੁਹਾਨੂੰ ਦੱਸਿਆ ਮੈਂ ਨਹੀਂ ਜੇ ਕਦੇ ਖਰਚੇ ਦਾ ਹਿਸਾਬ ਹੀ ਨਹੀਂ ਕੀਤਾ ਕਿਉਂ ਕੰਮ ਜੋ ਸ਼ੌਂਕ ਨਾਲ ਹੀ ਕਰ ਰਹੀਦਾ ਆਈ ਦੇ ਸਮੇਂ ਜਿੰਨਾ ਪਈਆਂ ਖਾਣ ਉਂਝ ਦੁੱਧ ਜਿਹੜਾ ਇੱਥੋਂ ਸਿੱਧਾ 2.5 ਦਾ 2 ਦਾ 2.5 ਦਾ 2 ਲੱਖ ਦਾ ਹੋ ਜਾਂਦਾ ਦੁੱਧ ਮਾਸ਼ਾਅੱਲਾ ਤੁਹਾਡੇ ਕੰਮ ਵਿੱਚ ਫਾਇਦਾ ਹੈ ਕਿ ਨੁਕਸਾਨ ਵੀ ਹੋ ਜਾਂਦਾ ਹੈ ਕਿ ਬਾਜ਼ੂ ਕਾ ਨੁਕਸਾਨ ਆ ਸਾਰੀ ਚੀਜ਼ ਹੈ ਜੇ ਡੰਗਰ ਨਾਲ ਕੋਈ ਨੇਕ ਫੇਕ ਹੋ ਗਿਆ ਬਿਮਾਰ ਹੋ ਗਿਆ ਉਹਦੇ 'ਚ ਤਾਂ ਫਿਰ ਪਤਾ ਦਾਰ ਘਾਟਾ ਪੈ ਜਾਂਦਾ ਜੀ ਜੀ ਤੇ ਜੇ ਅੱਲਾ ਇਹਨਾਂ ਦੇ ਸਾਹ ਲੰਮੇ ਰੱਖੇ ਤੇ ਚੁੰਗ ਕੇ ਵੀ ਉਹ ਦੂਣੇ ਦੀਆਂ ਵੇਚ ਲੈਂਦੀਆਂ ਮਾਸ਼ਾਅੱਲਾ ਹਾਂਜੀ ਤੇ ਦੁੱਧ ਵੀ ਪੇ ਚੁੰਗੋ ਹਾਂਜੀ ਅੱਗੋਂ ਦੂਣਾ ਦੇ ਜਾਂਦੀਆਂ ਤੇ ਜੇ ਕੋਈ ਘਾਟਾ ਵਾਧਾ ਹੋ ਜਾਏ ਸਾਰੀ ਚੀਜ਼ ਮੇਰਾ ਵੀਰ ਇਹ ਬਿਮਾਰ ਵੀ ਹੋ ਸਕਦੀ ਹੈ ਤੇ ਖਰਚੇ ਵੀ ਕਰਨੇ ਪੈਂਦੇ ਨੇ ਸਭ ਕੁਝ ਕਈ ਠੀਕ ਵੀ ਹੋ ਜਾਂਦੀਆਂ ਕਈ ਨਹੀਂ ਵੀ ਠੀਕ ਹੁੰਦੀਆਂ ਠੀਕ ਹੋ ਗਿਆ ਹਾਂਜੀ ਤੇ ਤੁਹਾਡੇ ਕੰਮ ਵਿੱਚ ਕੋਈ ਮਸਲੇ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਕੋਈ ਨਾ ਕੋਈ ਵੀ ਬੰਦਾ ਕੰਮ ਸ਼ੁਰੂ ਕਰ ਸਕਦਾ ਕਿ ਕੋਈ ਪਹਿਲੇ ਕੋਈ ਪ੍ਰੋਪਰ ਟ੍ਰੇਨਿੰਗ ਲੈਣੀ ਪੈਂਦੀ ਕੋਈ ਤਜਰਬਾ ਹੋਏ ਤੇ ਫਿਰ ਕਰੇ ਉਹ ਆਵੇ ਮੇਰਾ ਵੀਰ ਜੇ ਕੋਈ ਨਵਾਂ ਬੰਦਾ ਹੋਵੇ ਜੀ ਉਹ ਥੋੜੇ ਤੋਂ ਕੰਮ ਸ਼ੁਰੂ ਕਰੇ ਅੱਜ ਦੇ ਸਮਝ ਥੋੜੇ ਤੋਂ ਕਰੇ ਥੋੜਾ ਆਸਤੇ ਉਹ ਬੰਦਾ ਉਹ ਤਾਂ ਵੱਧਦਾ ਜਾਵੇ ਠੀਕ ਹੈ ਹਾਂਜੀ ਜੇ ਉਹ ਸਮਝੇ ਬਈ ਇਸ ਕੰਮ ਦੇ ਵਿੱਚੋਂ ਮੁਨਾਫਾ ਤੇ ਫਿਰ ਉਹ ਕੰਮ ਬੰਦਾ ਉਹ ਤਾਂ ਚੁੱਕ ਲੈਂਦਾ ਤੇ ਜੇ ਸਮਝੇ ਕੰਮ ਉਹ ਘਟ ਗਿਆ ਅੱਜ ਦੇ ਸਮਝ ਫਿਰ ਬੰਦਾ ਹੌਲੀ ਆਸਤੇ 'ਚ ਪੂਰੇ ਹੀ ਰਹਿਣ ਦਿੰਦਾ ਕਈ ਫਿਰ ਛੱਡ ਦੇ ਨੇ ਕਿਉਂ ਜੇ ਘਾਟਾ ਪਾ ਜੇ ਇਹ ਗੱਲ ਹੁੰਦੀ ਹੈ ਕੁਦਰਤ ਨੂੰ ਮਨਜ਼ੂਰ ਹੋਵੇ ਇਸ ਕੰਮ 'ਚ ਕੋਈ ਵੀ ਕੰਮ ਹੈ ਤੁਸੀਂ ਨਵੇਂ ਸਿਰੇ ਕਰਦੇ ਹੋ ਕੋਈ ਵੀ ਕੰਮ ਹੈ ਮੱਝਾਂ ਦਾ ਨਹੀਂ ਉਹ ਵੇਖ ਲਓ ਜੇ ਤੁਹਾਡਾ ਰਿੜ ਗਿਆ ਤਾਂ ਕਈ ਕਰੋੜਾਂ ਦਾ ਫਾਇਦਾ ਹੁੰਦਾ ਕਈ ਕਰੋੜਾਂ ਦਾ ਨੁਕਸਾਨ ਵੀ ਕਰ ਛੱਡਦੇ ਠੀਕ ਹੈ ਹਾਂਜੀ ਮਾਸ਼ਾਅੱਲਾ ਇਹ ਰੱਬ ਨੂੰ ਜੋ ਮਨਜ਼ੂਰ ਹੋਵੇ ਉਹ ਹੁੰਦਾ ਹੋਵੇ ਜੀ ਜੀ 10-15 ਸਾਲ ਤੋਂ ਤੁਸੀਂ ਜਾਨਵਰ ਰੱਖੇ ਨੇ 10-15 ਸਾਲ ਦੇ ਅਰਸੇ ਦੇ ਵਿੱਚ ਤੁਹਾਡੇ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਆਈ ਹੈ ਸਾਡਿਆਂ ਨੂੰ ਕੋਈ ਨਹੀਂ ਸਰਕਾਰ ਆਈ ਕਦੇ ਆਇਆ ਜੇ ਕੋਈ ਮੱਝ ਨੂੰ ਕਿਸੇ ਨੂੰ ਸਾੜੂ ਪੈ ਗਿਆ ਹਾਂਜੀ ਕੋਈ ਥਣ ਘਟ ਗਿਆ ਤੇ ਉਹਦੇ ਕੋਲ ਇਲਾਜ ਮਾਰਚੇ ਕਰੀਦੇ ਨੇ ਕੋਈ ਮਸਾਲੇ ਮਰਚੇ ਦੇਈਦੇ ਨੇ ਡਾਕਟਰ ਨੂੰ ਸਦੀਦਾ ਅੱਛਾ ਟੀਕੇ ਸ਼ੀਕੇ ਲਵਾਈਦੇ ਨੇ ਦੂਜੇ ਤੀਸਰੇ ਦਿਨ ਨੂੰ ਥਣ ਬਰਾਬਰ ਹੋ ਜਾਂਦਾ ਸਾੜੂ ਦਾ ਦੇਸੀ ਇਲਾਜ ਦੱਸੋ ਅਸੀਂ ਤੇ ਬਹੁਤੇ ਕੋਈ ਆਮ ਕੋਈ ਥੋਮ ਗੰਡਾ ਮਿਰਚ ਦੇ ਮਸਾਲਾ ਦੇਈਦਾ ਜੇ ਅੱਛਾ ਹਾਂਜੀ ਇਹਦੇ ਨਾਲ ਥਣ ਜਿਹੜਾ ਠੀਕ ਹੋ ਜਾਂਦਾ ਘਿਓ ਛੋ ਦਈਏ ਮਿਰਚਾਂ ਛਰਚਾਂ ਦਈਏ ਠੀਕ ਹੈ ਹਾਂਜੀ ਕਿਹੜੀ ਚੀਜ਼ ਲੈਣੀ ਕਿੰਨੀ ਲੈਣੀ ਤੇ ਕਿੰਜ ਦੇਣਾ ਥੋੜੀ ਵਜ਼ਾਹਤ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋਈਏ ਕੋਈ ਇਸ ਵਾਸਤੇ ਵੇ ਥੋਮ ਨਹੀਂ ਹੁੰਦਾ ਥੋਮ ਤੁਸੀਂ ਪਾ ਲੈ ਲਓ 1.5 ਪਾ ਲੈ ਲਓ ਉਹ ਵਿੱਚ ਲੈ ਲਓ ਘਿਓ ਪਾ ਲਓ ਕਈ ਦੁੱਧ ਦੇ ਵਿੱਚ ਦੇ ਲੈਂਦੇ ਨੇ ਇਹ ਬੜੇ ਆਪਣੇ ਹਰ ਬੰਦੇ ਦਾ ਤਰੀਕਾ ਹੁੰਦਾ ਵੇ ਅੱਛਾ ਜੇ ਘਿਓ 'ਚ ਦੇਣਾ ਹੋਵੇ ਘਿਓ ਜ਼ਿਆਦਾ ਤੋਂ ਜ਼ਿਆਦਾ 1.5 ਪਾ ਇੱਕ ਮੱਝ ਨੂੰ ਦੇਸੀ ਘਿਓ ਅੱਛਾ ਡਾਲਟਾ ਦੇ ਲਓ ਦੇਸੀ ਦੇ ਲਓ ਹਾਂਜੀ ਜੇ ਦੂਸਰਾ ਵੇ
ਤੁਸੀਂ ਡਾਲਟਾ ਪਾਣਾ ਜਾਂ ਦੇਸੀ ਵੀ ਪਾਣਾ ਤੁਸੀਂ। ਅੱਛਾ ਹਾਂਜੀ ਉਹ ਮਿਰਚਾਂ ਵਿੱਚ ਲਾਲ ਲੈ ਲਓ, ਉਹਦੇ 'ਚ ਰਲਾ ਲਓ, ਰਲਾ ਕੇ ਆਪਣਾ ਉਹ ਦੇਈ ਜਾਓ ਤੁਸੀਂ। ਮੱਝ ਦੂਸਰੇ ਦਿਨ ਨੂੰ ਤੀਸਰੇ ਦਿਨ ਨੂੰ ਠੀਕ ਹੋ ਜਾਂਦੀ। ਮਾਸ਼ਾਅੱਲਾ। ਉਹ ਵੰਡਾ ਖਾਂਦੀਆਂ ਨੇ, ਉਹਦੇ ਵੰਡੇ ਖਾਣ ਦੇ ਨਾਲ ਮੱਝ ਨੂੰ ਸਾੜੂ ਪੈ ਜਾਂਦਾ। ਅੱਛਾ ਮੱਝ ਅੰਦਰੋਂ ਗਰਮ ਹੋ ਜਾਂਦੀ ਹੈ ਜੀ ਜੀ। ਜਦੋਂ ਮੱਝ ਗਰਮ ਹੋ ਜਾਂਦੀ ਹੈ ਉਹ ਸਾੜੂ ਸ਼ੁਰੂ ਹੋ ਜਾਂਦਾ। ਹਾਂਜੀ ਮੱਖਣ ਦਿਓ, ਘਿਓ ਦਿਓ, ਮੱਝ ਦਾ ਸਾੜੂ ਜਾਂਦਾ ਰਹਿੰਦਾ। ਅੱਗੋਂ ਟੀਕੇ ਨਿਕਲੇ ਹੁਣ ਬੜੇ ਬੜੇ ਸਰਕਾਰ, ਉਹ ਟੀਕੇ ਸਾੜੂ ਆਏ ਨੇ, ਟੀਕੇ ਤੁਸੀਂ ਲਾਓ ਮੱਝ ਠੀਕ ਹੋ ਜੇ ਦੂਜੇ ਦਿਨ। ਸੋਜ ਲਾ ਜੇ ਦੀ ਸੋਜ ਵਾਲੇ ਟੀਕੇ ਨੇ ਜੀ। ਆ ਸਾਡੀ ਮਾਈ ਨੂੰ ਹੋ ਗਿਆ ਸੀ ਹਾਂਜੀ ਪਰਸੋਂ 1400 ਦਾ ਇੱਕ ਟੀਕਾ ਆਇਆ। ਅੱਛਾ ਆਹੋ ਲਾਇਆ, 2 ਨਾਲ ਨਿੱਕੇ 300 ਦੇ ਆਏ। ਉਹ ਲਾਏ ਨੇ ਬਿਲਕੁਲ ਠੀਕ ਹੋ ਗਈ, ਦੁੱਧ ਪੂਰਾ ਕਰ ਗਈ। ਠੀਕ ਹੈ। ਹਾਂਜੀ ਇਹ ਜਿਹੜੀ ਸਜਰੀ ਸੂਈ ਮੱਝ ਤੇ ਜਿਹੜੀ ਫੰਡਰ ਮੱਝ ਉਹਦੀ ਖੁਰਾਕ ਵਿੱਚ ਫਰਕ ਹੈ ਕਿ ਇੱਕ ਜੈਸੀ ਖੁਰਾਕ ਪਾਉਂਦੇ ਉਹਨਾਂ ਨੂੰ? ਨਹੀਂ ਸਜਰੀ ਨੂੰ ਤਾਂ ਵੰਡਾ ਪਾਈਦਾ ਨਾ, ਦਿਲ ਆਇਆ। ਅੱਛਾ ਫੰਡਰ ਨੂੰ ਵੀ ਨਾ ਫਿਰ ਨਾ ਪਾਈਦਾ। ਠੀਕ ਹੈ। ਉਹ ਤਾਂ ਫੇਰ ਕਿਲੇ ਬੰਨ ਲੱਗੇ ਜਾਂ ਮਹੀਨਾ ਰਹਿੰਦਿਆਂ ਉਹਨੂੰ ਸ਼ੁਰੂ ਕਰ ਦੇਈਦਾ ਵੰਡਾ ਛੰਡਾ। ਨਹੀਂ ਤਾਂ ਉਹ ਪੱਠੇ ਪਈ ਨਾਲ ਖਾਏ ਦੇ, ਬਰਾਬਰ ਦੇ ਪੱਠੇ ਖਾਏ ਦੇ। ਵੰਡ ਜਿਹੜਾ ਇਹ ਸਜਰੀ ਨੇ ਖਾਣਾ ਜਾਂ ਮਹੀਨਾ ਰਹਿੰਦਿਆਂ ਤਿਆਰ ਸ਼ੁਰੂ ਉਹਦਾ ਕਰਦਾ। ਹਾਂਜੀ ਤੇ ਕਈ ਜੇ ਚੋਖਾ ਬੰਦਾ ਕੋਈ ਮੀਰ ਸ਼ੀਰ ਹੋਇਆ ਤੇ ਉਹ ਪਿਆ ਨਾਲ ਪਾਏ ਤੇ ਪਿਆ ਪਾਏ। ਅਸੀਂ ਇੰਨਾ ਹੀ ਕਰ ਸਕਦੇ ਹਾਂ ਬਈ ਮੱਝ ਮਹੀਨਾ ਰਹਿੰਦੀ ਹੋਏ ਸੂਣ ਅਸੀਂ ਨਾਲ ਵੰਡ ਸ਼ੁਰੂ ਕਰ ਦਿੰਦੇ। ਸਜਰੀਆਂ ਨੇ ਜਿੰਨਾ ਖਾਣਾ ਉਹਨਾਂ ਇਹਨਾਂ ਨੂੰ ਪਾਣਾ। ਠੀਕ ਹੈ। ਤੁਸੀਂ ਦੱਸਿਆ ਕਿ ਜਿਹੜੀ ਮੱਝ ਸੂਣ ਵਾਲੀ ਹੋਏ ਮਹੀਨਾ ਰਹਿੰਦਾ ਹੋਏ ਤੇ ਵੰਡ ਸ਼ੁਰੂ ਕਰਦੇ ਹੋ ਨਾਲ ਕੋਈ ਤੇਲ ਜਾਂ ਦੇਸੀ ਘਿਓ ਵਗੈਰਾ ਵੀ ਦਿੰਦੇ? ਹਾਂਜੀ ਉਹ ਨੇੜੇ ਜਾ ਕੇ ਦੇਈਦਾ ਜਦੋਂ ਕੋਈ ਦਿਹਾੜੇ 10 ਰਹਿ ਜਾਣ। ਗਰਮੀ ਵਿੱਚ ਕੀ ਦੇਣਾ ਤੇ ਸਰਦੀ ਵਿੱਚ ਕੀ ਦੇਣਾ? ਗਰਮੀਆਂ 'ਚ ਮੱਖਣ, ਸਰਦੀਆਂ 'ਚ ਤੱਤਾ ਕਰਕੇ ਘਿਓ ਵਿੱਚ ਮਾਲ ਮੂਲ ਕੇ। ਘਿਓ ਤੱਤਾ ਕਰਨਾ ਲਾਜ਼ਮੀ ਹੈ? ਉਹ ਸਿਆਲ ਦੇ ਵਿੱਚ ਕਰੀਦਾ ਨਾ, ਗਰਮੀਆਂ 'ਚ ਕੋਈ ਨਹੀਂ ਲੋੜ, ਕਿਉਂ ਗਰਮੀ ਹੁੰਦੀ ਹੈ ਜੀ। ਸੂਣ ਵਾਲੀ ਮੱਝ ਜਿਹੜੀ ਹੈ ਉਹਦਾ ਫਿਰ ਪਿੱਛਾ ਮਾਰਨ ਦਾ ਖਤਰਾ ਰਹਿੰਦਾ। ਅੱਛਾ ਇਸ ਵਾਸਤੇ ਨਹੀਂ ਉਹ ਦੇਈਦਾ ਤੇ ਬਹੁਤਾ ਨਹੀਂ ਤੇਲ ਦੇਈਦਾ। ਤੇਲ ਜਿਹੜਾ ਅੰਦਰ ਠੰਡ ਪਾ ਦੇਣਾ। ਤੇਲ ਗਰਮ ਕਰਕੇ ਦੇਣਾ? ਨਾ ਨਾ ਠੰਡਾ। ਠੀਕ ਹੈ। ਹਾਂ ਤੇਲ ਨਹੀਂ ਗਰਮ ਕਰਨਾ, ਇਸ ਵਾਸਤੇ ਗਰਮ ਕਰਕੇ ਸੂਣ ਵਾਲੀ ਮੱਝ ਹੁੰਦੀ ਉਹਦਾ ਪਿੱਛਾ ਮਾਰਨ ਦਾ ਖਤਰਾ ਹੁੰਦਾ। ਠੀਕ ਹੈ। ਹਾਂਜੀ ਉਹ ਤੇਲ ਜਿਹੜਾ ਨਾ ਠੰਡਾ ਵਿੱਚ ਕਰਕੇ ਤੁਸੀਂ ਦਿਓ ਮੱਝ ਨੂੰ, ਅੰਦਰ ਠੰਡ ਪਏ। ਠੀਕ ਹੈ। ਮਾਸ਼ਾਅੱਲਾ ਸਰ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ, ਮਜ਼ਾ ਆ ਰਿਹਾ। ਇਹ ਦੱਸੋ ਅਗਰ ਇੱਕ ਮੱਝ ਦੁੱਧ ਕਮ ਦਿੰਦੀ ਹੈ ਜੀ, ਉਹ ਕੀ ਕੋਈ ਹੱਲ ਕੀਤਾ ਜਾਏ ਕਿ ਉਹਨੂੰ ਖਿਲਾਇਆ ਜਾਏ ਕਿ ਦੁੱਧ ਜ਼ਿਆਦਾ ਦੇ? ਉਹਦੇ ਮਿਰਚ ਮਸਾਲੇ ਹੀ ਨੇ, ਮਿਰਚ ਮਸਾਲੇ ਉਹਨੂੰ ਦਿਓ। ਜੇ ਉੱਠ ਖਲੋਵੇ ਤੇ ਉੱਠ ਖਲੋਵੇ, ਜੇ ਨਾ ਉੱਠੇ ਤੇ ਫਿਰ ਸਮਝੋ ਮੱਝ ਹਰਾਮਦੀ ਹੋਈ ਹੈ। ਅੱਛਾ ਤੁਸੀਂ ਵੰਡਾ ਤੁੰਨ ਕੇ ਪਾਉਂਦੇ ਹੋ, ਮਿਰਚ ਮਸਾਲੇ ਸਾਰੇ ਉਹਨੂੰ ਦਿੰਦੇ ਹੋ ਜੀ। ਟੀਕੇ ਸ਼ੀਕੇ ਲਾਉਂਦੇ, ਉਹਨਾਂ ਟੀਕੇ ਨਿਕਲੇ ਹਨ ਪਿੱਛੇ ਜੇ ਬੰਦ ਹੋ ਗਏ ਨੇ। ਠੀਕ ਹੈ। ਉਹ ਲੋਕ ਟੀਕੇ ਲਾਉਂਦੇ ਆ, ਮੱਝ ਥੱਲੇ 7 ਸਿਰ ਦੁੱਧ ਲੋਕ 15-15 ਕਿਲੋ ਬਣਾ ਕੇ ਦਿੰਦੇ ਹਨ। ਹਾਂਜੀ ਉਹ ਮੱਝ ਦਾ ਨੁਕਸਾਨ ਹੈ। ਅੱਛਾ ਮੱਝ ਜਿਹੜੀ ਵੰਡ ਖਾ ਕੇ ਦੁੱਧ ਦੇ ਉਹ ਮੱਝ। ਠੀਕ ਹੈ। ਟੀਕਿਆਂ ਨਾਲ ਵਧਾਇਆ ਤੇ ਨਹੀਂ ਉਹ ਵੱਧਦੀਆਂ ਮੱਝਾਂ। ਜੀ ਜੀ ਉਹਦੇ ਨੁਕਸਾਨ ਹੀ ਹੋਣਾ। ਹਾਂਜੀ ਉਹ ਨੁਕਸਾਨ ਹੈ। ਕਿਸ ਵਾਸਤੇ ਉਹ ਐਸੇ ਸੂਏ ਮੱਝ ਦੁੱਧ ਦੇਦੀ, ਅਗਲੇ ਸੂਏ ਦੁੱਧ ਨਹੀਂ ਦੇਣ ਲੱਗੀ। ਜੀ ਜੀ ਸਮਝ ਇੱਕ ਹੱਡੀਆਂ ਦੇ ਵਿੱਚੋਂ ਖੋਰ ਕੇ ਹਰਸ਼ਾ ਤੋਂ ਕੱਢ ਲੈਣੀ ਹੈ। ਹਾਂਜੀ ਉਹ ਸਰਕਾਰ ਅਗਲੇ ਸੂਏ ਕਈ ਦੁੱਧ ਦੇ ਢਾਂਚਾ ਹੀ ਰਹਿ ਜਾਣਾ, ਫਿਰ ਢਾਂਚਾ ਰਹਿ ਜਾਣਾ, ਉਹਦੀਆਂ ਹੱਡੀਆਂ ਚੋਂ ਵੀ ਨਿਕਲ ਆਉਣਾ। ਹਾਂਜੀ ਜਿਹੜੀ ਮੱਝ ਵੰਡ ਖਾ ਕੇ ਦੁੱਧ ਦੇ ਅਸੀਂ ਉਹ ਮੱਝ ਗਿਣਨੀ। ਠੀਕ ਹੈ। ਹਾਂਜੀ ਤੇ ਜੇ ਉਹਦੇ ਸਿੰਘਾਂ 'ਚ ਵੀ ਕੱਢ ਲੈਣਾ, ਟੀਕੇ ਲਾ ਲਾ ਕੇ ਉਹ ਨਿਕਲੇ ਹੁਣ ਆ ਕੇ ਬੰਦ ਹੋ ਗਏ ਨੇ। ਹਾਂਜੀ ਉਹ ਟੀਕੇ ਬਹੁਤੇ ਲੋਕ ਲਾਉਂਦੇ ਨੇ, ਵਪਾਰੀ ਬੰਦੇ। ਵਪਾਰੀਆਂ ਕੋ ਦੁੱਧ 4 ਦਿਨ ਸਹੀ ਰਹੇਦਾ, ਤੇਰੇ ਮੇਰੇ ਜਿਹਾ ਮਾੜਾ ਬੰਦਾ ਲਾ ਜੇ ਉਹ ਪਿਆ ਅੱਗੋਂ ਰੋਏਦਾ ਨਾ, ਮਾਈ ਨੇ ਉੱਥੇ ਥਾਂ ਜਾਣਾ ਨਾ ਉਹਨੇ ਦੁੱਧ ਦੇਣਾ। ਹਾਂਜੀ ਜ਼ਬਰਦਸਤ ਸਰ, ਬੜੀਆਂ ਅੱਛੀਆਂ ਗੱਲਾਂ ਨੇ। ਇਹ ਦੱਸੋ ਜਿਹੜੀ ਮੱਝ ਆਟਾ ਨਹੀਂ ਸੁੱਟਦੀ ਉਹਦਾ ਕੋਈ ਦੇਸੀ ਇਲਾਜ ਕਰਦੇ ਹੋ? ਹਾਂਜੀ ਉਹਦਾ ਕੀ ਦੇਸੀ ਇਲਾਜ ਹੈ? ਉਹਦਾ ਕੋ ਉਹਨੂੰ ਮਿਰਚ ਮਸਾਲੇ ਕੋ ਦਈਏ, ਗਰਮ ਸ਼ਰਮ ਕਰੀਏ, ਗੁੜ ਛੋੜ ਕੋ ਜਵਾਣਾ ਛਵਾਣਾ ਲਟਰ ਪਟਰ ਦਈਏ, ਮੱਝ ਗਰਮ ਹੋ ਕੇ 8 ਸੁੱਟ ਛੱਡਦੀ। ਠੀਕ ਹੋ ਗਿਆ ਜੀ। ਕਈ ਉਂਝ ਆਪਣੇ ਆਪ ਹੀ ਸੁੱਟ ਛੱਡਦੀਆਂ ਨੇ ਜੀ। ਅੱਲਾ ਨਾ ਕਰੇ ਜਾਏ ਉਹਨੂੰ ਬਸ ਕੋ ਦਿਓ ਤੁਸੀਂ ਕੋ ਗੁੜ ਗੰਢੇ ਆਪਣਾ ਤੇ ਉਹ ਦੂਜੇ ਦਿਨ ਨੂੰ ਗਰਮ ਹੋ ਕੇ ਆਟਾ ਸੁੱਟ ਛੱਡਦੀ। ਅੱਲਾ ਨਾ ਕਰੇ ਇੱਕ ਮੱਝ ਸੂਈ ਏ ਉਹ ਕਿਸੇ ਵਜ੍ਹਾ ਤੋਂ ਮਰ ਜਾਂਦੀ ਏ ਜੀ, ਉਹਦਾ ਜਿਹੜਾ ਜਾ ਏ ਉਹਨੂੰ ਪਾਲਿਆ ਜਾ ਸਕਦਾ ਤੇ ਕਿੰਜ ਪਾਲਿਆ ਜਾ ਸਕਦਾ? ਉਹ ਕਹਿੰਦੇ ਦੂਜੀ ਮੱਝ ਜੇ ਜਾ ਚੱਲ ਜੇ ਤੇ ਠੀਕ ਹੈ, ਜੇ ਨਹੀਂ ਚੱਲ ਸਕਦੀ ਉਹਨੂੰ ਤੁਸੀਂ 4 ਦਿਨ, ਜੇ ਬਹੁਤਾ ਛੋਟਾ ਜਦੋਂ ਤਾਜ਼ੀ ਹੁੰਦੀ ਹੈ ਕੋਈ 2-4 ਦਿਨਾਂ ਦਾ, ਬੋਤਲ ਨਾਲ ਵੀ ਤੁਸੀਂ ਨਿਪਲ ਲਾ ਕੇ ਦੁੱਧ ਪਿਆ ਸਕਦੇ ਹੋ। ਅੱਛਾ ਹਾਂਜੀ ਜੇ ਨਹੀਂ ਤਾਂ ਦੂਸਰੀ ਮੱਝ ਦੇ ਥੱਲੇ ਜੁੱਟ ਪਾ ਕੇ ਥੱਲੇ ਲਾਓ, ਜਾ ਪਾਲ ਜਾਂਦਾ। ਠੀਕ ਹੈ। ਹਾਂ ਕਈ ਉਂਝ ਚੱਲ ਜਾਂਦੀਆਂ ਨੇ, ਪਈਆਂ 2-2 ਜਾ ਚੰਗਾਨੀਆਂ ਨੇ। ਅਗਰ ਕੋਈ ਭਾਈ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਜੀ ਜੀ, ਕਿਹੜੀਆਂ ਮੱਝਾਂ ਲੈ ਕੇ ਕੰਮ ਸ਼ੁਰੂ ਕਰੇ? ਸਜਰੀਆਂ ਸੂਈਆਂ ਲੈ, ਫੰਡਰ ਲੈ? ਸਜਰੀਆਂ ਲੈ ਉਹਨਾਂ ਤੋਂ ਕੰਮ ਸ਼ੁਰੂ ਕੀਤਾ ਜਾਏ, ਫਿਰ ਉਹਨੂੰ ਪਤਾ ਲੱਗੇ ਮੈਨੂੰ ਇਹ ਘਾਟਾ ਹੈ ਵਾਧਾ ਨਫਾ ਹੁੰਦਾ ਅੱਜ ਦੇ ਸਮੇਂ ਤੇ। ਫੰਡਰ ਲਾ ਕੇ ਤੇ ਫਿਰ ਸਾਲਾਂ ਬੱਧੀ ਹੈ ਨਾ ਸਰਕਾਰ, ਉਹ ਤੇ ਪੱਠੇ ਹੀ ਕਿਸੇ ਪਏ ਪਾਣੇ, ਮਨ ਲੱਗ ਗਈਆਂ ਤਾਂ ਠੀਕ ਹੈ, ਨਾ ਲੱਗੀਆਂ ਤਾਂ ਨਾ ਸਹੀ। ਠੀਕ ਹੈ ਜੀ। ਤੇ ਸਜਰੀਆਂ ਆਵੇ ਉਹਦਾ ਕੰਮ ਸ਼ੁਰੂ ਹੋ ਜਾਂਦਾ, ਦੁੱਧ ਪਏ ਖੜਨ ਨੂੰ, ਉਹਨੂੰ ਪਤਾ ਲੱਗ ਜੇ ਮੈਨੂੰ ਘਾਟਾ ਹੁੰਦਾ ਨਫਾ ਹੁੰਦਾ ਨੁਕਸਾਨ ਹੁੰਦਾ ਕੀ ਹੁੰਦਾ, ਉਹਨੂੰ ਖੁਦ ਪਤਾ ਲੱਗ ਜਾਂਦਾ। ਜ਼ਬਰਦਸਤ ਜੀ। ਇਹ ਸਜਰੀਆਂ ਤੋਂ ਕੰਮ ਸ਼ੁਰੂ ਕਰੋ ਤੇ ਤਾਂ ਮਾਸ਼ਾਅੱਲਾ ਉਹ ਤੇ ਵਰਿਆਂ ਵਾਲੀ ਗੱਲ, ਫੰਡਰ ਲਾ ਕੇ ਤੇ ਬੰਨ ਛੱਡੋ, ਪੱਠੇ ਪਏ ਪਾਓ, ਕਦੇ ਖੁਦਾ ਬੰਨ ਲਾਈਆਂ ਤੇ ਠੀਕ ਹੈ। ਮਾਸ਼ਾਅੱਲਾ ਬੜੀ ਸੋਹਣੀ ਗੁਫ਼ਤਗੂ ਕੀਤੀ ਜੇ। ਆਖਰੀ ਗੱਲ ਦੇ ਤੌਰ ਤੇ ਇਹ ਦੱਸੋ ਅਗਰ ਕੋਈ ਭਰਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਆਪਣੇ ਤੌਰ ਤੇ ਤੁਹਾਡਾ ਉਹਨੂੰ ਕੀ ਮਸ਼ਵਰਾ ਹੋਏਗਾ? ਸਾਡਾ ਮਸ਼ਵਰਾ ਇਹ ਹੈ ਸਰਕਾਰ
ਉਹ ਪਹਿਲਾਂ ਪੂਰਾ ਜਿਹਾ ਕੰਮ ਸ਼ੁਰੂ ਕਰ ਦੇਵੇ। ਅੱਜ ਦੇ ਸਮੇਂ ਜੇ ਆਪ ਹੀ ਕਰ ਸਕਦਾ ਠੀਕ ਹੈ, ਜੇ ਬੰਦੇ ਕਿਸੇ ਨੂੰ ਨਾ ਰੱਖ ਕੇ ਕਰ ਸਕਦਾ ਤਾਂ ਵੀ ਉਹ ਆਪਣਾ ਖਰਚਾ ਟੋਟਲ ਇਹਦੇ ਤੇ ਲਾਏ ਜਿਹੜਾ ਉਹ ਵੇਖੇ ਮਹੀਨਾ 2-4 ਲਾ ਕੇ ਵੀ ਮੇਰਾ ਪਿਆ ਪੂਰਾ ਹੁੰਦਾ ਜਾਂ ਮੈਨੂੰ ਘਾਟਾ ਪਿਆ ਪੈਂਦਾ ਜੀ। ਅੱਜ ਦੇ ਸਮੇਂ ਜੇ ਉਹਨੂੰ ਘਾਟਾ ਹੋਵੇ ਤੇ ਅੱਗੋਂ ਛੱਡ ਦੇਵੇ, ਤੇ ਜੇ ਉਹਨੂੰ ਮੁਨਾਫਾ ਹੋਵੇ ਤੇ ਉਹਦਾ ਆਟੋਮੈਟਿਕ ਹੀ ਦਿਲ ਵੱਧ ਜਾਂਦਾ, ਉਹ ਲਈ ਆਉਂਦਾ ਅੱਗੋਂ, ਪਿੱਛੋਂ ਵੇਚੀ ਜਾਂਦਾ ਅੱਗੋਂ ਲਈ ਆਉਂਦਾ। ਠੀਕ ਹੈ ਜੀ ਸਰ, ਬਹੁਤ ਸ਼ੁਕਰੀਆ, ਬੜੀ ਸੋਹਣੀ ਤੇ ਅੱਛੀ ਗੁਫ਼ਤਗੂ ਕੀਤੀ ਹੈ ਜੀ। ਤੇ ਜਜ਼ਾਕ ਅੱਲਾਹ, ਅੱਲਾਹ ਹਾਫਿਜ਼। ਬਹੁਤ ਮਿਹਰਬਾਨੀ।